ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੀਆਂ ਚੋਣਾਂ ਦੇ ਵਿੱਚ ਜਾਂ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਅਗਲੇ ਸਾਲ ਦੇ ਸ਼ੁਰੂਆਤ ਦੇ ਵਿੱਚ, ਬੇਸ਼ੱਕ ਅਜੇ ਉਹਦੇ ਵਾਸਤੇ ਕੋਈ 8 ਕੁ ਮਹੀਨੇ ਦਾ ਸਮਾਂ ਬਚਿਆ, ਪਰ ਜੇ ਦੇਖਿਆ ਜਾਵੇ ਤਾਂ ਵੱਡੀ ਹਲਚਲ ਜਿਹੜੀ ਆ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਉਹ ਲੱਗਦਾ ਕਿ ਜਿਵੇਂ ਚੋਣਾਂ ਅਗਲੇ 2 ਮਹੀਨਿਆਂ ਦੇ ਵਿੱਚ ਹੋਣ ਤੇ ਛੇਤੀ ਜਿਹੜਾ ਉਹ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣਾ ਹੋਵੇ। ਹਾਲਾਂਕਿ ਅਜੇ ਇਹਦੇ ਵਿੱਚ ਸਮਾਂ ਹੈ। ਜੇ ਆਪਾਂ ਫਰਵਰੀ ਦੇ ਹਿਸਾਬ ਦੇ ਨਾਲ ਲਾਉਂਦੇ ਆ ਕਿ ਫਰਵਰੀ ਦੇ ਵਿੱਚ ਡਿਊ ਨੇ ਚੋਣਾਂ, ਫਰਵਰੀ 2022 ਦੇ ਵਿੱਚ। ਇਸ ਵੇਲੇ ਜਿਵੇਂ ਤੁਸੀਂ ਦੇਖਦੇ ਹੋ ਕਿ ਅਕਾਲੀ ਦਲ, ਬਾਦਲ ਤੇ ਬਹੁਜਨ ਸਮਾਜ ਪਾਰਟੀ ਉਹ ਰਲ ਕੇ ਚੋਣਾਂ ਲੜ ਰਹੇ ਨੇ। ਉਹਨੂੰ ਲੈ ਕੇ ਕਈ ਕਿਸਮ ਦੀਆਂ ਕਿਆਸ ਅਰਾਈਆਂ ਜਿਹੜੀਆਂ ਉਹ ਚੱਲੀ ਜਾ ਰਹੀਆਂ ਨੇ ਕਿ ਬਹੁਜਨ ਸਮਾਜ ਪਾਰਟੀ ਨੂੰ ਕਿੰਨਾ ਫਾਇਦਾ ਹੋਊਗਾ, ਅਕਾਲੀ ਦਲ ਬਾਦਲ ਨੂੰ ਉਹਦਾ ਕਿੰਨਾ ਫਾਇਦਾ ਹੋਊਗਾ। 20 ਸੀਟਾਂ ਉਹਨੇ ਛੱਡੀਆਂ ਨੇ, ਉਹਦੇ ਵਿੱਚ ਕੁਝ ਜਨਰਲ ਸੀਟਾਂ ਨੇ, ਕੁਝ ਰਿਜ਼ਰਵ ਸੀਟਾਂ ਨੇ। ਜਨਰਲ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਕੀ ਜਨਰਲ ਕੈਂਡੀਡੇਟ ਖੜੇ ਕਰੂਗੀ ਜਾਂ ਉਹ ਜਿਹੜਾ ਉਹ ਦਲਿਤ ਭਾਈਚਾਰੇ ਦੇ ਵਿੱਚ ਉਹ ਕੈਂਡੀਡੇਟ ਹੋਣਗੇ, ਇਹ ਤਾਂ ਅਜੇ ਨੇੜੇ ਜਾ ਕੇ ਜਿਹੜਾ ਉਹ ਪਤਾ ਲੱਗੂਗਾ। ਜਮਾ ਘਟਾਓ ਜ਼ਰੂਰ ਹੋ ਰਹੇ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚੋਂ ਬਾਬੂ ਕਾਸ਼ੀ ਰਾਮ ਹੋਰਾਂ ਨੇ ਸ਼ੁਰੂ ਕੀਤੀ ਸੀਗੀ। ਹੁਸ਼ਿਆਰਪੁਰ ਤੋਂ ਸਨ। ਇੱਕ ਵੇਲਾ ਸੀ ਜਦੋਂ ਇਹ ਸਮਝਿਆ ਜਾਂਦਾ ਸੀ ਕਿ ਬਹੁਜਨ ਸਮਾਜ ਪਾਰਟੀ ਉਹ ਭਾਰਤੀ ਰਾਜਨੀਤੀ ਦੇ ਵਿੱਚ ਕਈ ਵੱਡੀ ਹਿਲਜੁਲ ਜਿਹੜੀ ਉਹ ਪੈਦਾ ਕਰ ਸਕਦੀ ਹੈ। ਕੁਝ ਸਮੇਂ ਲਈ ਐਕਚੁਅਲੀ ਉਹਨੇ ਕੀਤੀ ਵੀ, ਜਿੰਨੀ ਦੇਰ ਤੱਕ ਬਾਬੂ ਕਾਸ਼ੀ ਰਾਮ ਹੋਰੀ ਜਿਹੜਾ ਉਹ ਜਿਉਂਦੇ ਰਹੇ। ਇਹ ਤੋਂ ਪਹਿਲਾਂ ਵੀ ਅਕਾਲੀ ਦਲ ਬਾਦਲ ਨੇ ਇੱਕ ਵਾਰੀ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਜਿਉਂਦਿਆਂ ਗੱਠਜੋੜ ਬਹੁਜਨ ਸਮਾਜ ਪਾਰਟੀ ਦੇ ਨਾਲ ਕੀਤਾ ਸੀ, ਔਰ ਉਹ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਕੀਤਾ ਗਿਆ ਸੀ। ਮੁੜ ਕੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਗੱਠਜੋੜ ਤੋੜ ਦਿੱਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਕਿਉਂਕਿ ਜਦੋਂ ਜੇ ਤੁਹਾਨੂੰ ਯਾਦ ਹੋਵੇ ਤਾਂ ਅਟਲ ਬਿਹਾਰੀ ਵਾਜਪੇਈ ਹੋਰਾਂ ਨੂੰ ਜਦੋਂ ਜਾ ਕੇ ਹਮਾਇਤ ਦਿੱਤੀ ਸੀ ਬਿਨਾਂ ਸ਼ਰਤ ਸਭ ਤੋਂ ਪਹਿਲਾਂ ਕਿਸੇ ਪਾਰਟੀ ਨੇ, ਤਾਂ ਉਹ ਅਕਾਲੀ ਦਲ ਬਾਦਲ ਨੇ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਾ ਕੇ ਹਮਾਇਤ ਦਿੱਤੀ ਸੀ। ਮੁੜ ਕੇ ਇਹ ਪੰਜਾਬ ਦੇ ਵਿੱਚ ਗੱਠਜੋੜ ਉਹਨਾਂ ਉਸ ਸਮੇਂ ਦੇ ਦੌਰਾਨ ਹੀ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ ਤੇ ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਅਕਾਲੀ ਦਲ ਦੇ ਨਾਲ ਵੀ ਇਹ ਹੋਣ ਲੱਗਿਆ ਸੀ। ਪਰ ਉਦੋਂ ਮਾਨ ਸਾਹਿਬ ਸ਼ਾਇਦ ਉਹ ਚੜ੍ਹਾਈ ਦੇ ਵਿੱਚ ਸਨ, ਤੇ ਉਹਨਾਂ ਨੇ ਇੱਕ ਗੱਲ ਇਹੋ ਜਿਹੀ ਕਹਿ ਦਿੱਤੀ ਸੀ ਕਾਸ਼ੀ ਰਾਮ ਹੋਰਾਂ ਦੇ ਬਾਰੇ, ਬਾਬੂ ਕਾਸ਼ੀ ਰਾਮ ਹੋਰਾਂ ਦੇ ਬਾਰੇ ਦੇ ਵਿੱਚ ਜਿਹੋ ਜਿਹਾ ਉਹਨਾਂ ਦਾ ਸੁਭਾਅ ਆ ਕਿ ਉਹ ਲੱਤ ਚੁੱਕ ਕੇ ਕਹਿ ਦਿੱਤਾ ਸੀ ਵੀ ਉਹ ਕਾਸ਼ੀ ਰਾਮ ਜਿਹੜਾ ਜੀ ਉਹ ਲੱਤ ਥੱਲੋਂ ਲੰਘੇ ਫਿਰ ਸਮਝੌਤਾ ਕਰਾਂਗੇ, ਕਿਉਂਕਿ ਉਦੋਂ ਥੋੜ੍ਹਾ ਜਿਹਾ ਸੀਟਾਂ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਚੜ੍ਹ ਨਹੀਂ ਸੀ ਰਹੀ ਸਿਰੇ, ਤੇ ਫਿਰ ਉਹ ਗੱਠਜੋੜ ਨਹੀਂ ਸੀ ਹੋ ਸਕਿਆ। ਉਦੋਂ ਬਾਅਦ ਹੁਣ ਅਕਾਲੀ ਦਲ ਬਾਦਲ ਦੇ ਨਾਲ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ। ਅੱਜ ਬਹੁਜਨ ਸਮਾਜ ਪਾਰਟੀ ਆਪਣੇ ਪਹਿਲਾਂ ਵਰਗੀ ਸਥਿਤੀ ਦੇ ਵਿੱਚ ਨਹੀਂ ਹੈਗੀ, ਇਹ ਸਭ ਨੂੰ ਪਤਾ। ਉਹਦੇ ਵਿੱਚ ਉਹਦੀ ਜਿਹੜੀ ਲੀਡਰਸ਼ਿਪ ਹੈ ਉਹ ਉੱਤਰ ਪ੍ਰਦੇਸ਼ ਤੋਂ ਚੱਲਣੀ, ਔਰ ਜਿਸ ਤਰੀਕੇ ਦੇ ਨਾਲ ਮਾਇਆਵਤੀ ਹੋਰਾਂ ਨੇ ਪਾਰਟੀ ਨੂੰ ਚਲਾਇਆ, ਇਹ ਨਹੀਂ ਪਤਾ ਕਿ ਉਹਨਾਂ ਨੇ ਕਦੋਂ ਜਿਹੜਾ ਨਾ ਕਰ ਦੇਣੀ ਹੈ ਸਮਝੌਤੇ ਨੂੰ। ਇੱਥੇ ਕਈ ਪ੍ਰਧਾਨ ਜਿਹੜੇ ਉਹ ਰਹੇ ਨੇ ਪੰਜਾਬ ਦੇ ਵਿੱਚ ਵੀ, ਉਹ ਸਿਰਫ ਇਸ ਕਰਕੇ ਤਾਂ ਲਾਂਭੇ ਕਰ ਦਿੱਤੇ ਗਏ ਵੀ ਉਹਨਾਂ ਨੇ ਇੱਕ ਦੂਜੀ ਪਾਰਟੀ ਦੇ ਨਾਲ ਜਾ ਕੇ ਮੀਟਿੰਗ ਕਿਉਂ ਕਰ ਲਈ ਸੀਗੀ। ਇਸ ਕਰਕੇ ਇਹ ਨਹੀਂ ਪਤਾ ਉਹਨਾਂ ਦਾ ਕਿ ਉਹਨਾਂ ਨੇ ਕੀ ਜਿਹੜਾ ਉਹ ਕਰਨਾ। ਉਹ ਖੁਦ ਆਪਣੀਆਂ ਜਿਹੜੀਆਂ ਕੁਝ ਮੁਸ਼ਕਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਉਲਝੇ ਹੋਏ ਨੇ ਕਿ ਇਹ ਨਹੀਂ ਪਤਾ ਕਿ ਕਿਸ ਪਾਸੇ ਵੱਲ ਨੂੰ ਜਾਣਾ। ਔਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਸੇਮ ਟਾਈਮ ਦੇ ਉੱਤੇ ਹੋਣੀਆਂ ਨੇ। ਬਿਨਾਂ ਕਿਸੇ ਸ਼ੱਕ ਦੇ ਬਹੁਜਨ ਸਮਾਜ ਪਾਰਟੀ ਦਾ ਇੱਕ ਧਿਆਨ ਜਿਹੜਾ ਵੱਡਾ ਧਿਆਨ ਉਹ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਵੀ ਲੱਗਿਆ ਰਹੂਗਾ, ਜਿੱਥੇ ਉਹ ਲਗਭਗ ਹਾਸ਼ੀਏ ਦੇ ਉੱਤੇ ਚਲੇ ਗਈ ਹੈ। ਇੱਕ ਵੇਲੇ ਰਾਜ ਕੀਤਾ ਉਹਨੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ। ਅੱਗੋਂ ਕਿੱਧਰ ਨੂੰ ਜਾਂਦਾ ਇਹ ਸਮਾਂ ਜਿਹੜਾ ਉਹ ਦੱਸੂਗਾ। ਇੱਕ ਤਾਂ ਗੱਠਜੋੜ ਇਹ ਆ। ਦੂਸਰਾ ਜਿਹੜਾ ਇਸ ਵੇਲੇ ਬਹੁਤ ਚਰਚਿਤ ਆ ਉਹ ਕਾਂਗਰਸ ਦਾ ਅੰਦਰੂਨੀ ਕਲੇਸ਼ ਆ। ਉਹ ਵੀ 2022 ਦੀਆਂ ਚੋਣਾਂ ਨੂੰ ਲੈ ਕੇ ਆ। 17 ਦੇ ਵਿੱਚ ਕਪਤਾਨ ਸਾਹਿਬ ਨੇ ਐਲਾਨ ਕੀਤਾ ਸੀਗਾ ਕਿ ਇਹ ਚੋਣ ਉਹਨਾਂ ਦੀ ਆਖਰੀ ਚੋਣ ਹੈ, ਉਹਨਾਂ ਨੇ ਰਿਟਾਇਰਮੈਂਟ ਜਿਹੜੀ ਸਿਆਸਤ ਤੋਂ ਲੈ ਲੈਣੀ ਹੈ। ਸਵਾਲ ਉਦੋਂ ਵੀ ਖੜਾ ਸੀਗਾ ਕਿ ਭਾਰਤ ਦੇ ਵਿੱਚ ਕੋਈ ਸਿਆਸੀ ਬੰਦਾ ਰਿਟਾਇਰਮੈਂਟ ਲੈ ਲੂਗਾ, ਇਹ ਗੱਲ ਸਮਝੋ ਪਰੇ ਹੈ, ਕਿਉਂਕਿ ਇੱਥੇ ਕੋਈ ਰਿਟਾਇਰਮੈਂਟ ਲੈਂਦਾ ਨਹੀਂ।
ਦੂਸਰੇ ਦੇ ਵਾਸਤੇ ਜਗ੍ਹਾ ਖਾਲੀ ਨਹੀਂ ਕੀਤੀ ਜਾਂਦੀ। ਇਸੇ ਕਰਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਨਵੀਂ ਲੀਡਰਸ਼ਿਪ ਜਿਹੜੀ ਆ ਉਹ ਨਹੀਂ ਮੂਹਰੇ ਆ ਰਹੀ। ਇਹ ਪੰਜਾਬ ਦੇ ਵਿੱਚ ਵੀ ਸਿਆਸੀ ਪਾਰਟੀਆਂ ਨੂੰ ਸਮੱਸਿਆ, ਇਹ ਕੇਂਦਰ ਦੇ ਵਿੱਚ ਵੀ ਸਿਆਸੀ ਪਾਰਟੀਆਂ ਨੂੰ ਸਮੱਸਿਆ। ਭਾਈ ਭਤੀਜਾਵਾਦ, ਸਾਲਾ ਭਣੋਈਆ, ਜੀਜਾ, ਉੱਥੇ ਕੀ ਪਾਰਟੀਆਂ ਜਿਹੜੀਆਂ ਉਹ ਘੁੰਮੀ ਜਾਂਦੀਆਂ ਨੇ। ਔਰ ਕਾਂਗਰਸ ਨੂੰ ਵੀ ਇਹ ਸਮੱਸਿਆ ਦਾ ਜਿਹੜਾ ਉਹ ਸਾਹਮਣਾ, ਹਾਲਾਂਕਿ ਕਾਂਗਰਸ ਦੇ ਕੋਲੇ ਲੀਡਰਸ਼ਿਪ ਹੈਗੀ ਆ ਜਿਹੜੀ ਉਹ ਤੋਂ ਅੱਗੇ ਜਿਹੜੀ ਉਹ ਸੰਭਾਲਣ ਵਾਲੀ, ਪਰ ਉਹਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ। ਇਹ ਮੌਕਾ ਉਹਨੂੰ ਅੱਗੋਂ ਵੀ ਮਿਲਣ ਦੇ ਚਾਂਸਸ ਜਿਹੜੇ ਉਹ ਘੱਟ ਲੱਗਦੇ ਆ। ਰਾਹੁਲ ਗਾਂਧੀ ਹੋਰੀ ਬੇਸ਼ੱਕ ਇਸ ਚੀਜ਼ ਦੇ ਵਾਸਤੇ ਜੂਝ ਰਹੇ ਆ ਕਿ ਕਾਂਗਰਸ ਜਿਹੜੀ ਆ ਉਹਦੇ ਵਿੱਚ ਨਵੇਂ ਚਿਹਰੇ ਜਿਹੜੇ ਲਿਆਂਦੇ ਜਾਣ, ਪਰ ਸਵਾਲ ਫੇਰ ਆ ਜਾਂਦਾ ਕਿ ਉਹ ਖੁਦ ਉਸ ਪਰਿਵਾਰ ਦਾ ਚਿਹਰਾ ਨੇ ਜਿਹਦੇ ਉੱਤੇ ਇਹ ਦੋਸ਼ ਲੱਗਦਾ ਕਿ ਉਹ ਪਰਿਵਾਰਕ ਰਾਜਨੀਤੀ ਕਰਦੇ ਨੇ, ਪਰਿਵਾਰਵਾਦ ਦੀ ਰਾਜਨੀਤੀ ਕਰਦੇ ਨੇ। ਇਹ ਅਕਾਲੀ ਦਲ ਬਾਦਲ ਦੇ ਵਿੱਚ ਵੀ ਸਮੱਸਿਆ ਹੈ। ਮੈਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਕਿਸੇ ਆਗੂ ਨੂੰ ਉੱਠਣ ਹੀ ਨਹੀਂ ਦਿੱਤਾ ਆਪਣੇ ਮੁਕਾਬਲੇ ਉਸ ਦਲ ਦੇ ਵਿੱਚ। ਅਕਾਲੀ ਦਲ ਅੰਮ੍ਰਿਤਸਰ ਦੀਆਂ ਸਰਗਰਮੀਆਂ ਠੱਪ ਹੋਣ ਦਾ ਰੀਜ਼ਨ ਹੀ ਹੈ, ਕੋਈ ਤੁਸੀਂ ਕਹਿ ਨਹੀਂ ਸਕਦੇ ਕਿ ਫਲਾਣਾ ਲੀਡਰ ਵੀ ਅਕਾਲੀ ਦਲ ਅੰਮ੍ਰਿਤਸਰ ਦਾ, ਮਾਨ ਸਾਹਿਬ ਕਿਸੇ ਨੂੰ ਬੋਲਣ ਨਹੀਂ ਦਿੰਦੇ। ਔਰ ਇਹੀ ਹਾਲ ਅਕਾਲੀ ਦਲ ਬਾਦਲ ਦਾ ਵੀ ਹੈ, ਉਹਦੇ ਵਿੱਚ ਵੀ ਉਹ ਪਰਿਵਾਰ ਦੇ ਮੈਂਬਰਾਂ ਦੇ ਆਲੇ ਦੁਆਲੇ ਪਾਰਟੀ ਘੁੰਮੀ ਜਾਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤਾਂ ਸਰਗਰਮੀ ਹੁਣ ਘੱਟ ਹੈ। ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਦੀ ਪਤਨੀ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸਾਲਾ, ਉਹਨਾਂ ਦੇ ਜਿਹੜਾ ਜੀ ਭਣੋਈਆ ਹੈ ਪੱਟੀ ਤੋਂ ਜਿਹੜੇ, ਸੋ ਉੱਥੇ ਕੀ ਜਿਹੜੀ ਉਹ ਘੁੰਮੀ ਜਾਂਦੀ ਹੈ। ਜੇ ਕੋਈ ਨਵੇਂ ਹੈ ਵੀ ਨਹੀਂ ਤੇ ਉਹਨਾਂ ਨੂੰ ਉੱਠਣ ਨਹੀਂ ਦਿੱਤਾ ਜਾਂਦਾ। ਉਹ ਉਹੋ ਜਿਹੇ ਕੁਝ ਬਣਾ ਕੇ ਜਿਹੜਾ ਰੱਖਿਆ ਜਾਂਦਾ ਵੀ ਆਹ ਨਹੀਂ ਤੇ ਇਸ ਤੋਂ ਬਾਅਦ ਆਹ ਨਹੀਂ ਤੇ ਇਸ ਤੋਂ ਬਾਅਦ ਆਹ। ਲੀਡਰਸ਼ਿਪ ਉੱਥੇ ਵੀ ਨਹੀਂ ਉੱਠ ਰਹੀ। ਖੈਰ, ਕਾਂਗਰਸ ਦੀ ਜਿਹੜੀ ਗੱਲ ਆਪਾਂ ਕਰ ਰਹੇ ਸੀ, ਕਾਂਗਰਸ ਦੀ ਬਹੁਤੀ ਲੜਾਈ ਇਸ ਵੇਲੇ ਦਿੱਲੀ ਸ਼ਿਫਟਡ ਹੈ। ਔਰ ਇਸ ਲੜਾਈ ਦੇ ਵਿੱਚੋਂ ਕੀ ਨਿਕਲਦਾ ਹੈ, ਕਿਹਾ ਜਾਂਦਾ ਕਿ ਅਗਲੇ 2-4 ਦਿਨਾਂ ਦੇ ਵਿੱਚ ਬਹੁਤੀ ਕਹਾਣੀ ਜਿਹੜੀ ਉਹ ਸਾਹਮਣੇ ਆ ਜਾਊਗੀ। ਇਹ ਵੀ ਆਪਣੇ ਆਪ 'ਚ ਸਵਾਲ ਹੈ, 2-4 ਦਿਨਾਂ ਦੇ ਵਿੱਚ ਵਾਕਿਆ ਹੀ ਕੋਈ ਕਹਾਣੀ ਜਿਹੜੀ ਉਹ ਸਾਹਮਣੇ ਆ ਜਾਊਗੀ। ਇਹ ਕਹਾਣੀ ਕੀ ਹੋਊਗੀ, ਇਹ ਬੜਾ ਵੱਡਾ ਸਵਾਲ ਹੈ। ਲੇਟੈਸਟ ਆਪਣੀਆਂ ਇੰਟਰਵਿਊਜ਼ ਦੇ ਵਿੱਚ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਜ਼ੋਰਦਾਰ ਹਮਲਾ ਇੱਕ ਵਾਰੀ ਫੇਰ ਜਿਹੜਾ ਬੋਲਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ, ਉਹਦੇ ਤੋਂ ਤਾਂ ਇਹ ਲੱਗਦਾ ਨਹੀਂ ਕਿ ਜਿਹੜੀ ਹਾਈ ਕਮਾਂਡ ਹੈ ਉਹ ਇਸ ਤਰ੍ਹਾਂ ਦਾ ਕੋਈ ਆਪਸ਼ਨ ਲੈ ਕੇ ਚੱਲ ਰਹੀ ਹੋਊਗੀ ਕਿ ਇਹਨਾਂ ਦੋਨਾਂ ਨੂੰ ਆਮੋ ਸਾਹਮਣੇ ਬਿਠਾ ਦਿੱਤਾ ਜਾਵੇ। ਮੈਨੂੰ ਨਹੀਂ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਬੈਠਣਗੇ ਆਮੋ ਸਾਹਮਣੇ ਔਰ ਬੈਠ ਕੇ ਗੱਲ ਕਰਨਗੇ, ਕਿਉਂਕਿ ਉਹ ਤਾਂ ਸਿੱਧਮ ਸਿੱਧਾ ਹਮਲਾ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ। ਉਂਝ ਵੈਸੇ ਜਿਹੜੇ ਸਵਾਲ ਨਵਜੋਤ ਸਿੰਘ ਸਿੱਧੂ ਹੋਰੀ ਉਠਾ ਰਹੇ ਆ, ਉਹਨਾਂ ਸਵਾਲਾਂ ਨੂੰ ਤੁਸੀਂ ਕੱਟ ਨਹੀਂ ਸਕਦੇ। ਉਹ ਉਹਨਾਂ ਦੇ ਨਿੱਜ ਦੇ ਨਾਲ ਜੁੜੇ ਹੋਏ ਸਵਾਲ ਨਹੀਂ ਗੇ, ਉਹ ਪੰਜਾਬ ਦੇ ਨਾਲ ਜੁੜੇ ਹੋਏ ਸਵਾਲ ਨੇ। ਉਹ ਇਹੀ ਕਹਿੰਦੇ ਨੇ ਕਿ ਜਿਹੜੇ ਵਾਅਦੇ ਕਰਕੇ ਕਾਂਗਰਸ ਆਈ ਸੀਗੀ ਉਹ ਵਾਅਦੇ ਪੂਰੇ ਨਹੀਂ ਹੋਏ ਤੇ ਸਾਨੂੰ ਲੋਕਾਂ ਨੂੰ ਜਵਾਬ ਦੇਣਾ ਪੈਣਾ। ਇਹੀ ਗੱਲ ਬਾਕੀ ਵੀ ਜਿਹੜੀ ਉਹ ਕਹਿੰਦੇ ਆ। ਤੋ ਇਹ ਜਿਹੜੀ ਰਾਜਨੀਤੀ ਇੱਥੋਂ ਤੱਕ ਕਾਂਗਰਸ ਦੀ ਜਿਹੜੀ ਹੋਈ ਪਈ ਆ ਕਿ ਇੱਕ MLA ਨਾਲ ਰੱਖਣ ਦੇ ਵਾਸਤੇ MLA ਦੇ ਮੁੰਡਿਆਂ ਨੂੰ ਨੌਕਰੀਆਂ ਦੇਣੀਆਂ ਪੈ ਰਹੀਆਂ ਨੇ। ਹੁਣ ਪਤਾ ਨਹੀਂ ਇਹਦੇ ਤੋਂ ਅੱਗੇ ਕਿਵੇਂ ਜਿਹੜੀ ਉਹ ਕਹਾਣੀ ਜਾਊਗੀ। ਬਾਕੀ MLA ਵੀ ਆਪਣੇ ਮੁੰਡੇ ਕੁੜੀਆਂ ਦੇ ਵਾਸਤੇ ਨੌਕਰੀ ਨਾ ਮੰਗ ਲੈਣ। ਇਹਦੇ ਵਿੱਚ ਇੱਕ ਜਿਹੜੇ ਮੰਤਰੀ ਨੇ ਉਹਨਾਂ ਦੇ ਤਾਂ ਗਾਂ ਅਗਲੇ ਜਿਹੜਾ ਰਿਸ਼ਤੇਦਾਰ ਇੱਕ ਜਵਾਈ, ਉਹਨੂੰ ਵੀ ਨੌਕਰੀ ਦੀ ਗੱਲ ਚੱਲ ਰਹੀ ਹੈ ਕਿ ਉਹ ਨਾਰਾਜ਼ ਨੇ ਕਿ ਉਹਨੂੰ ਕਿਉਂ ਨਹੀਂ ਦਿੱਤੀ। ਭਾਈ ਭਤੀਜਾਵਾਦ ਸਿਖਰਾਂ ਤੇ ਆ, ਮਤਲਬ ਕਿ ਜੇ ਨੌਕਰੀਆਂ ਵੀ ਚਾਹੀਦੀਆਂ ਨੇ ਤਾਂ ਸਾਡੇ ਪਰਿਵਾਰ ਦੇ ਵਿੱਚੋਂ ਕਿਤੇ ਹੋਰ ਨਹੀਂ ਬਾਹਰ ਜਾਣੀਆਂ ਚਾਹੀਦੀਆਂ, ਸਾਨੂੰ ਹੀ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ। ਟਿਕਟਾਂ ਦੀ ਛੱਡੋ ਤੁਸੀਂ, ਇਹ ਤਾਂ ਨੌਕਰੀਆਂ ਤੇ ਵੀ ਗੱਲ ਜਿਹੜੀ ਆ ਉਹ ਕਾਂਗਰਸ ਦੀ ਇੱਥੇ ਆ ਕੇ ਖੜੀ ਹੋ ਗਈ ਹੋਈ ਹੈ। ਇਹਦਾ ਬੜਾ ਕੰਟਰੋਵਰਸੀ ਜਿਹੜੀ ਇਸ ਵੇਲੇ ਚੱਲ ਰਹੀ ਹੈ, ਉਹ ਇਸ ਕਰਕੇ ਵੀ ਚੱਲ ਰਹੀ ਹੈ ਕਿ ਜਿਹੜੇ ਬੇਰੁਜ਼ਗਾਰ ਨੇ ਉਹ ਸੰਘਰਸ਼ ਕਰ ਰਹੇ ਨੇ। ਕੋਈ ਪੈਟਰੋਲ ਦੀ ਬੋਤਲ ਲੈ ਕੇ ਚੜ੍ਹਿਆ ਹੋਇਆ ਬਿਲਡਿੰਗ ਦੇ ਉੱਤੇ, ਕੋਈ ਟੈਂਕੀ ਦੇ ਉੱਤੇ ਬੈਠਾ 3 ਮਹੀਨਿਆਂ ਤੋਂ, ਉਹਨਾਂ ਦੀ ਨੌਕਰੀਆਂ ਹੈ ਨਹੀਂ ਗੀਆਂ ਔਰ ਚਹੇਤਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਕਾਂਗਰਸ ਇਸ ਕਲੇਸ਼ ਨੂੰ ਕਿਵੇਂ ਸੰਭਾਲਦੀ ਹੈ, ਇਹ ਬਹੁਤ ਅਹਿਮ ਹੋਊਗਾ। ਔਰ ਬਿਨਾਂ ਕਿਸੇ ਸ਼ੱਕ ਦੇ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਈ ਕਿਸਮ ਦੀ ਹਲਚਲ ਜਿਹੜੀ ਉਹ ਖੜੀ ਕਰੂਗਾ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹ ਨਹੀਂ ਕੁਝ ਦਿੰਦੀ, ਜਾਂ ਜਿਵੇਂ ਉਹਨਾਂ ਨੇ ਡਿਪਟੀ CM ਦੇ ਬਾਰੇ 'ਚ ਕਿਹਾ ਕਿ ਮੈਂ ਨਹੀਂ ਉਹ ਅਹੁਦਾ ਲੈਣਾ, ਉਹ ਉਹਨਾਂ ਨੂੰ ਸਹੀ ਜਗ੍ਹਾ ਤੇ ਐਡਜਸਟ ਨਹੀਂ ਕਰਦੇ, ਫਿਰ ਕਪਤਾਨ ਸਾਹਿਬ ਦੀ ਕਪਤਾਨੀ ਦੇ ਵਿੱਚ ਉਹ ਕਿਵੇਂ ਵਾਪਸ ਜਾਣਗੇ। ਲੇਟੈਸਟ ਗੱਲਬਾਤ ਤੋਂ ਨਹੀਂ ਲੱਗਦਾ ਕਿ ਉਹ ਕਪਤਾਨ ਸਾਹਿਬ ਦੀ ਕਪਤਾਨੀ ਜਿਹੜੀ ਆ ਉਹ ਕਬੂਲਣਗੇ।
ਇਹ ਬੜਾ ਅਹਿਮ ਹੋਊਗਾ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਮਾਂਡ ਦਿੱਤੀ ਜਾਂਦੀ ਹੈ ਜਾਂ ਉਸ ਧੜੇ ਨੂੰ ਕਮਾਂਡ ਦਿੱਤੀ ਜਾਂਦੀ ਹੈ, ਫਿਰ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ ਕਿਵੇਂ ਐਕਸੈਪਟ ਕਰਨਗੇ, ਕਿਉਂਕਿ ਉਹ ਰਾਜੇ ਨੇ ਔਰ ਉਹਨਾਂ ਨੂੰ ਇਹ ਕਾਂਗਰਸ ਨੂੰ ਇਹ ਪਤਾ ਕਿ ਜਿਹੜੇ ਇਸ ਵੇਲੇ ਬਹੁਤੀ ਸੀਨੀਅਰ ਲੀਡਰਸ਼ਿਪ ਹੈ ਕਾਂਗਰਸ ਦੀ ਉਹ ਨਾਰਾਜ਼ ਹੈ, ਉਹ G23 ਵਾਲੇ, ਇਸ ਕਰਕੇ ਉਧਰ ਵੀ ਜਿਹੜਾ ਨਾਰਾਜ਼ ਨਹੀਂ ਕਰਨਾ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਇਸ ਨਾਰਾਜ਼ਗੀ ਨਾਰਾਜ਼ਗੀ ਦੇ ਚੱਕਰ ਦੇ ਵਿੱਚੋਂ ਕੀ ਨਿਕਲਦਾ, ਇਹ ਬੜਾ ਅਹਿਮ ਜਿਹੜਾ ਉਹ ਪੁਆਇੰਟ ਹੋਊਗਾ। ਔਰ ਜਿਹੜੀਆਂ ਇਹ ਇੰਟਰਵਿਊਜ਼ ਨਵਜੋਤ ਸਿੰਘ ਸਿੱਧੂ ਹੋਰੀ ਕਰ ਰਹੇ ਨੇ ਇਸ ਵੇਲੇ, ਉਹਨਾਂ ਦੇ ਬਹੁਤ ਸਾਰੇ ਮਾਇਨੇ ਨਿਕਲ ਕੇ ਸਾਹਮਣੇ ਆਉਂਦੇ ਨੇ ਕਿ ਉਹ ਐਵੇਂ ਨਹੀਂ ਕਰ ਰਹੇ। ਜਾਂ ਤਾਂ ਉਹਨਾਂ ਦੇ ਪਿੱਛੇ ਕਾਂਗਰਸ ਹਾਈ ਕਮਾਂਡ ਹੈ, ਜਾਂ ਫਿਰ ਉਹਨਾਂ ਦੇ ਪਿੱਛੇ ਜਿਹੜੀ ਕੋਈ ਹੋਰ ਧਿਰ ਹੈ ਜਿਹੜੀ ਕਿ ਉਹਨਾਂ ਨੂੰ ਇਹ ਕਹਿ ਰਹੀ ਹੈ ਵੀ ਸ਼ੇਰਾ ਕੋਈ ਗੱਲ ਨਹੀਂ, ਇੱਧਰੋਂ ਨਹੀਂ ਤੇ ਫਿਰ ਸਾਡੇ ਵੱਲ ਆ ਜਾ। ਉਹ ਕਿਹੜੀ ਧਿਰ ਹੈ ਉਹ ਅਜੇ ਇੰਤਜ਼ਾਰ ਕਰਨਾ ਹੋਊਗਾ। ਦੋ ਧਿਰਾਂ ਹੈਗੀਆਂ ਨੇ, ਆਮ ਆਦਮੀ ਪਾਰਟੀ ਵੀ ਹੈ, ਭਾਰਤੀ ਜਨਤਾ ਪਾਰਟੀ ਵੀ ਹੈ, ਜਿੱਥੋਂ ਉਹ ਆਏ ਨੇ ਉਧਰ ਨੂੰ ਜਾਣਗੇ ਕੀ ਹੋਊਗਾ, ਜਾਂ ਕਾਂਗਰਸ ਹਾਈ ਕਮਾਂਡ ਹੀ ਇਹ ਸਾਰਾ ਕੁਝ ਕਰਾ ਰਹੀ ਹੈ। ਇਹ ਅਹਿਮ ਹੋਊਗਾ। ਅਗਲੇ ਕੁਝ ਦਿਨ ਬੜੇ ਅਹਿਮ ਹੋਣਗੇ ਕਾਂਗਰਸ ਦੇ ਪੁਆਇੰਟ ਆਫ ਵਿਊ ਤੋਂ। ਤੇ ਤੀਜਾ ਜਿਹੜਾ ਧਮਾਕਾ ਆਮ ਆਦਮੀ ਪਾਰਟੀ ਨੇ ਕੀਤਾ, ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਉਹਨਾਂ ਨੇ ਸ਼ਾਮਲ ਕਰਵਾਇਆ ਆਮ ਆਦਮੀ ਪਾਰਟੀ ਨੂੰ। ਉਹ ਬਹੁਤ ਵੱਡੇ ਰੂਪ ਦੇ ਵਿੱਚ ਪ੍ਰਚਾਰ ਰਹੇ ਨੇ। ਪ੍ਰਚਾਰਦੀਆਂ ਹੁੰਦੀਆਂ ਨੇ ਪਾਰਟੀਆਂ, ਪ੍ਰਚਾਰਨਾ ਹੀ ਤਾਂ ਪਾਰਟੀਆਂ ਦਾ ਕੰਮ ਹੁੰਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਆਮ ਆਦਮੀ ਪਾਰਟੀ ਨੂੰ ਕਿੰਨਾ ਠੁੰਮਣਾ ਦਿੰਦੇ ਆ, ਇਹ ਬੜੀ ਅਹਿਮ ਜਿਹੜਾ ਵੇਖਣ ਵਾਲਾ ਹੋਊਗਾ ਆਉਂਦੇ ਦਿਨਾਂ ਦੇ ਦੌਰਾਨ। ਕਿਉਂਕਿ ਜਿਹੜੀਆਂ ਪਹਿਲਾਂ ਉਹ ਇੰਟਰਵਿਊ ਦਿੰਦੇ ਰਹੇ ਆ, ਉਹ ਝੱਕ ਕੇ ਝੇਪ ਕੇ ਦਿੰਦੇ ਰਹੇ ਆ। ਮੈਂ ਇਹਦੇ ਬਾਰੇ ਨਹੀਂ ਬੋਲਣਾ, ਮੈਂ ਇਹਦੇ ਬਾਰੇ ਨਹੀਂ ਬੋਲਣਾ। ਹੁਣ ਜਦੋਂ ਉਹ ਸਿਆਸਤ ਦੇ ਵਿੱਚ ਆ ਗਏ, ਆਫੀਸ਼ੀਅਲੀ ਸਿਆਸੀ ਬੰਦੇ ਬਣ ਗਏ, ਹੁਣ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਉੱਤੇ ਸਿਆਸੀ ਹਮਲੇ ਕਰਨੇ ਪੈਣਗੇ, ਕਿਉਂਕਿ ਅਕਾਲੀ ਦਲ ਬਾਦਲ ਤੇ ਕਾਂਗਰਸੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਜ਼ਬਰਦਸਤ ਸਿਆਸੀ ਹਮਲੇ ਸ਼ੁਰੂ ਹੋ ਗਏ। ਉਹਨਾਂ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਸ ਵੇਲੇ ਕਿ ਜਿਵੇਂ ਜਿਹੜੀ ਬੇਅਦਬੀ ਕਾਂਡ ਦੀ ਜਾਂਚ ਹੈ, ਉਹ ਸਾਰੀ ਕਿਸੇ ਤਣ ਪੱਤਣ ਨਾ ਲੱਗਣ ਦਾ ਜ਼ਿੰਮੇਵਾਰੀ ਜਿਹੜੀ ਉਹ ਸਾਰੀ ਦੀ ਸਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਹੋਵੇ। ਉਹ ਅਕਾਲੀ ਦਲ ਬਾਦਲ ਵਾਲੇ ਵੀ ਇਹੀ ਕਹਿ ਰਹੇ ਨੇ ਕਿ ਉਹਨਾਂ ਦੀ ਵਜ੍ਹਾ ਕਰਕੇ ਨਹੀਂ ਹੋਈ, ਕਿਉਂਕਿ ਉਹਨਾਂ ਨੇ ਸਿਆਸੀ ਪਾਰਟੀ ਜੁਆਇਨ ਕਰਨੀ ਸੀ। ਕਾਂਗਰਸੀਆਂ ਨੂੰ ਮੌਕਾ ਮਿਲ ਰਿਹਾ ਇਹ ਕਹਿਣ ਦਾ ਕਿ ਉਹ ਇਹਨਾਂ ਦੀ ਵਜ੍ਹਾ ਕਰਕੇ ਸਿੱਟ ਜਿਹੜੀ ਸੀ ਉਹ ਇਕੱਠੀ ਨਹੀਂ ਰਹਿ ਸਕੀ। ਹਾਲਾਂਕਿ ਜਦੋਂ ਕਾਂਗਰਸੀ ਇਹ ਗੱਲ ਕਰਦੇ ਆ ਤੇ ਉਹਨਾਂ ਦੇ ਵਾਸਤੇ ਥੋੜਾ ਔਖਾ ਇਹ ਲੱਗਦਾ ਕਿ ਫਿਰ ਤੁਸੀਂ ਜ਼ਿੰਮੇਵਾਰੀ ਤਾਂ ਉੱਤੇ ਤੁਹਾਡੇ ਬੌਸ ਦੀ ਸੀ। ਉਹਨਾਂ ਨੇ ਇਸ ਚੀਜ਼ ਨੂੰ ਕਿਉਂ ਨਾ ਵੇਖਿਆ ਜਦੋਂ ਸਿੱਟ ਇਕੱਠੀ ਨਹੀਂ ਸੀ ਬਹਿ ਰਹੀ। ਉਹ ਤਾਂ ਲਾਸਟ ਮਿੰਟ ਤੱਕ ਉਹਨਾਂ ਨੂੰ ਕਹਿੰਦੇ ਰਹੇ ਕਿ ਤੁਸੀਂ ਜੌਬ ਛੱਡ ਕੇ ਨਾ ਜਾਓ, ਸਾਨੂੰ ਤੁਹਾਡੀ ਲੋੜ ਹੈ। ਕਿਸੇ ਇਹੋ ਜਿਹੇ ਆਫੀਸਰ ਨੂੰ ਥੋੜੀ ਕਿਹਾ ਜਾਂਦਾ ਜਿਹਦੀ ਅਫਸਰੀ ਜਿਹੜੀ ਆ ਉਸ ਵਿਵਾਦਾਂ ਦੇ ਵਿੱਚ ਹੋਵੇ ਜਾਂ ਕਿੰਤੂ ਪਰੰਤੂ ਹੋਵੇ। ਉਹਨਾਂ ਦੀ ਅਫਸਰੀ ਦੇ ਉੱਤੇ ਤਾਂ ਕਿੰਤੂ ਪਰੰਤੂ ਨਹੀਂ ਸੀਗਾ। ਹਾਂ, ਵਿਰੋਧੀ ਧਿਰਾਂ ਜਿਹੜੀਆਂ ਉਹ ਜ਼ਰੂਰ ਕਰ ਰਹੀਆਂ ਨੇ। ਦੂਸਰਾ, ਆਮ ਆਦਮੀ ਪਾਰਟੀ ਦੀ ਜਿਹੜੀ ਸਮੱਸਿਆ ਉਹ ਹੌਲੀ ਹੌਲੀ ਉਹੀ 17 ਵਾਲੀ ਬਣਦੀ ਜਾ ਰਹੀ ਹੈ ਕਿ ਉਹ ਦਿੱਲੀ ਜਿਹੜੇ ਬੈਠੇ ਨੇ ਉਹ ਕਿਸੇ ਵੀ ਹਾਲਤ ਦੇ ਵਿੱਚ ਇੱਥੋਂ ਕਮਾਂਡ ਨਹੀਂ ਛੱਡਣੀ ਚਾਹੁੰਦੇ। ਉਦੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੰਨਾ ਸਹਿਯੋਗ ਇੱਥੇ ਮਿਲ ਸਕਦਾ ਔਰ ਕਿਵੇਂ ਕੀ ਕੁਝ ਹੋਇਆ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹੁਣ ਵੀ ਇੱਥੇ ਆ ਕੇ ਜਿਹੜੀਆਂ ਟੀਮਾਂ ਨੇ ਉਹ ਬੜੀਆਂ ਸਰਗਰਮ ਨੇ। ਜਦੋਂ ਤੁਸੀਂ ਦੇਖਦੇ ਹੋ ਕਿ ਜਿਵੇਂ ਰਾਘਵ ਚੱਡਾ ਹੋਰੀ ਨੇ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਇੱਥੇ ਆ ਕੇ, ਔਰ ਜਿਵੇਂ ਉਹ ਸਾਰਾ ਕੁਝ ਜਾਣਦੇ ਨੇ ਪੰਜਾਬ ਦੇ ਇਸ਼ੂਜ਼ ਦੇ ਬਾਰੇ 'ਚ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਹਮਲੇ ਕਰਦੇ ਨੇ। ਹਾਲਾਂਕਿ ਉਹ ਕੋਈ ਬਹੁਤੀ ਥਾਂ ਤੱਕ ਖਬਰਾਂ 'ਚ ਮਿਲਦੀ ਨਹੀਂ ਉਹਨਾਂ ਨੂੰ, ਪਰ ਇਹਨਾਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਹ ਚੱਲੀ ਚਲਾਈ ਜਾਂਦਾ। ਜਾਂ ਜਿਹੜੀਆਂ ਉਹਨਾਂ ਦੀਆਂ ਟੀਮਾਂ ਖੁਫੀਆ ਰੂਪ ਦੇ ਵਿੱਚ ਲੱਗੀਆਂ ਹੋਈਆਂ ਨੇ, ਉਹ ਦਿੱਲੀ ਵਾਲੀਆਂ ਟੀਮਾਂ ਨੇ ਜਿਹੜੀਆਂ ਕਿ ਇੱਕ ਚੀਜ਼ ਦੇ ਉੱਤੇ ਡਿਪੈਂਡ ਨੇ ਕਿ ਸਰਵੇ ਕਰਾਇਆ ਜੀ, ਫਲਾਣੇ ਨੇ ਆ ਕਿਹਾ, ਫਲਾਣੇ ਨੇ ਆ ਕਿਹਾ। ਉਹ ਉਸ ਸਰਵੇ ਦੇ ਉੱਤੇ ਜ਼ਿਆਦਾ ਡਿਪੈਂਡ ਨੇ, ਗਰਾਊਂਡ ਦੇ ਉੱਤੇ ਬਹੁਤਾ ਡਿਪੈਂਡ ਨਹੀਂ। ਜਿਹੜਾ ਇੱਕ ਬਹੁਤ ਵੱਡਾ ਨੌਜਵਾਨ ਵਰਗ ਜਿਹੜਾ 17 ਦੇ ਦੌਰਾਨ ਜਾਂ 15-16 ਦੇ ਦੌਰਾਨ ਤੁਸੀਂ ਕਹ ਲਓ 16 ਪੂਰਾ, ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਤੁਰਿਆ ਹੋਇਆ ਸੀਗਾ, ਉਹਦੇ ਵਿੱਚੋਂ ਅੱਜ ਤੁਹਾਨੂੰ ਬਹੁਤ ਘੱਟ ਨਜ਼ਰ ਆਉਂਦੇ ਆ। ਉਹਦਾ ਕਾਰਨ ਇਹ ਹੈ ਕਿ ਉਦੋਂ ਨਿਰਾਸ਼ ਹੋ ਗਏ, ਟਿਕਟਾਂ ਦੀ ਵੰਡ ਤੋਂ ਨਿਰਾਸ਼ ਹੋਏ ਸੀ। ਤੇ ਜਿਵੇਂ ਹੁਣ ਜਿਹੜੀਆਂ ਲਿਸਟਾਂ ਵਗੈਰਾ ਆ ਰਹੀਆਂ ਨੇ, ਉਹਦੇ ਨਾਲ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਉਹ ਬਾਗੀ ਸੁਰਾਂ ਡੇ ਬਾਈ ਡੇ ਵੱਡੀਆਂ ਹੁੰਦੀਆਂ ਤੁਰੀਆਂ ਜਾ ਰਹੀਆਂ ਨੇ। ਉਹ ਵੀ ਵਾਲੰਟੀਅਰ ਨੇ ਜਿਹੜੇ ਸਵਾਲੀਆ ਚਿੰਨ੍ਹ ਖੜੇ ਕਰ ਰਹੇ ਨੇ ਕਿ ਇੰਨੀ ਦੇਰ ਦੇ ਉਹ ਤੁਰੇ ਹੋਏ ਨੇ, ਉਹਨਾਂ ਨੂੰ ਸਾਈਡ ਤੇ ਕੱਢ ਕੇ ਦੂਜੀਆਂ ਪਾਰਟੀਆਂ 'ਚੋਂ ਆਏ ਜਿਹੜੇ ਲੋਕ ਨੇ ਉਹਨਾਂ ਨੂੰ ਫਿੱਟ ਕੀਤਾ ਜਾ ਰਿਹਾ। ਇਸ ਸਮੱਸਿਆ ਦਾ ਸਾਹਮਣਾ ਆਮ ਆਦਮੀ ਪਾਰਟੀ ਨੂੰ ਫੇਰ ਕਰਨਾ ਪੈਣਾ ਜੇ ਉਹਦੇ ਹਾਲਾਤ ਜਿਹੜੇ ਉਹ ਬਣ ਰਹੇ ਨੇ।
ਜੇ ਉਹੀ ਜਿਹੜੀ ਉਹ ਕਹਾਣੀ ਰਹਿੰਦੀ ਆ ਤੇ ਇਹਦੇ ਵਿੱਚ ਦੋ ਜਿਹੜੀਆਂ ਦੂਜੀਆਂ ਧਿਰਾਂ ਨੇ, ਕਾਂਗਰਸ ਖਾਸ ਤੌਰ ਦੇ ਉੱਤੇ ਤੇ ਅਕਾਲੀ ਦਲ ਬਾਦਲ ਜਿਹੜੀ, ਉਹ ਜ਼ਰੂਰ ਖੁਸ਼ ਹੋਣਗੇ ਕਿ ਉਹੋ ਜਿਹੇ ਹਾਲਾਤ ਫੇਰ ਜਿਹੜੇ ਉਹ ਬਣ ਜਾਣ। ਤੇ ਇਸ ਕਰਕੇ ਉਹਨੂੰ ਹਵਾ ਵੀ ਜਿਹੜੀ ਉਹ ਦੇ ਰਹੇ ਆ। ਟਰੋਲ ਆਰਮੀਜ਼ ਦਾ ਬੜਾ ਸਾਰਾ ਯੋਗਦਾਨ ਹੈ। ਇੱਕ ਗੱਲ ਤੁਸੀਂ ਜ਼ਰੂਰ ਵੇਖਣਾ ਕਿ ਜਿਹੜੇ ਵੈਬ ਪੋਰਟਲਸ ਨੇ ਜਾਂ ਜਿਹੜੀਆਂ ਵੈਬ ਚੈਨਲਸ ਨੇ, ਉਹਨਾਂ ਦੇ ਹੇਠਾਂ ਜਿਹੜੇ ਕਮੈਂਟਸ ਨੇ ਉਹਨਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਕੋਈ ਰਾਏ ਨਾ ਬਣਾਉਣਾ, ਉਹ ਕਿਸੇ ਵੀ ਪਾਰਟੀ ਦਾ ਹੋਵੇ। ਉਹਦੇ ਲਈ ਤੁਸੀਂ ਆਪਣਾ ਜਿਹੜਾ ਉਹ ਸੋਚ ਵਿਚਾਰ ਕਰਨਾ, ਕਿਉਂਕਿ ਟਰੋਲ ਆਰਮੀਜ਼ ਬਹੁਤ ਵੱਡੀਆਂ ਹੋ ਚੁੱਕੀਆਂ ਹੋਈਆਂ ਨੇ ਸਿਆਸੀ ਪਾਰਟੀਆਂ ਦੀਆਂ, ਔਰ ਉਹ ਆਪੋ ਆਪਣੇ ਤਰੀਕੇ ਦੇ ਨਾਲ ਟਰੋਲ ਕਰਾਉਂਦੀਆਂ ਨੇ ਕਿ ਕਿਹਨੂੰ ਟਾਰਗੇਟ ਕਰਨਾ। ਉਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਆ। ਤੇ ਇੱਕ ਧਿਰ ਜਿਹੜੀ ਅਜੇ ਮੇਰੀ ਜਾਚੇ ਅੱਜ ਦੀ ਤਰੀਕ ਦੇ ਵਿੱਚ ਉਹ ਇੱਕ ਛੋਪਾ ਰੁਸਤਮ ਹੋ ਸਕਦੀ, ਉਹ ਭਾਰਤੀ ਜਨਤਾ ਪਾਰਟੀ ਹੈ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਉਹ ਡੇਰਿਆਂ ਦੇ ਉੱਤੇ ਤੇ ਦਲਿਤ ਭਾਈਚਾਰੇ ਦੇ ਉੱਤੇ ਰਹਿਣੀ ਹੈ। ਇਹਦੇ ਵਾਸਤੇ ਉਹ ਪੱਤਾ ਕੀ ਖੇਡਦੀ ਹੈ, ਇਹ ਬੜਾ ਅਹਿਮ ਪੱਖ ਹੋਊਗਾ। ਔਰ ਜਿਨ੍ਹਾਂ ਨੂੰ ਕਿਤੋਂ ਟਿਕਟ ਨਾ ਮਿਲੀ, ਉਹ ਫਿਰ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਵੀ ਜਾਣਗੇ। ਉਹਨਾਂ ਦਾ ਟਿਕਟ ਲੈਣਾ ਮਕਸਦ ਹੈ। ਪੰਜਾਬੀਆਂ ਦੇ ਵਿੱਚ ਇਹ ਹੈ ਕਿ ਮੈਂ ਐਮਐਲਏ ਦੀ ਲੜਨੀ ਹੈ, ਚਾਹੇ ਕੁਝ ਵੀ ਹੋ ਜਾਏ, ਜਿੱਥੋਂ ਮਰਜ਼ੀ ਹੋਵੇ। ਇਹ ਸੁਭਾਅ ਦੇ ਵਿੱਚ ਸ਼ਾਮਲ ਹੈ। ਇਸ ਚੀਜ਼ ਦਾ ਪਤਾ ਸਾਰੀਆਂ ਸਿਆਸੀ ਧਿਰਾਂ ਨੂੰ ਹੈ ਕਿ ਇਹ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਅਗਾਂਹ ਵਧੇ ਹੋਏ ਨੇ ਕਿ ਐਮਐਲਏ ਦੀ ਲੜਨੀ ਹੈ, ਚਾਹੇ ਕੁਝ ਵੀ ਹੋ ਜਾਏ। ਉਹਦਾ ਫਾਇਦਾ ਉਹ ਸਿਆਸੀ ਧਿਰਾਂ ਲੈਂਦੀਆਂ ਰਹੀਆਂ ਨੇ। ਜਦੋਂ ਭਾਰਤੀ ਜਨਤਾ ਪਾਰਟੀ ਕਿਉਂਕਿ ਉਹਨਾਂ ਦੀ ਪਲੈਨਿੰਗ ਤਾਂ ਚੱਲ ਰਹੀ ਹੈ, ਸ਼ਾਇਦ ਅੱਜ ਦੇ ਟਾਈਮ ਦੇ ਉੱਤੇ ਮੌਜੂਦਾ ਸਮੇਂ ਦੇ ਵਿੱਚ, ਕਿਉਂਕਿ ਕਿਸਾਨ ਸੰਘਰਸ਼ ਚੱਲ ਰਿਹਾ, ਉਹ ਇੱਕ ਬਹੁਤ ਵੱਡੀ ਧਿਰ ਹੈ। ਕਿਸਾਨ ਜਿਹੜੇ ਸਾਰੀਆਂ ਸਿਆਸੀ ਪਾਰਟੀਆਂ ਇਹ ਇਸ ਗੱਲ ਦੇ ਉੱਤੇ ਉਹਨਾਂ ਦੀ ਟੇਕ ਹੈ, ਇਸ ਗੱਲ ਦੇ ਉੱਤੇ ਨਿਗਾਹ ਆ ਕਿ ਉਹ ਕੀ ਕਰਦੀਆਂ ਨੇ। ਜੇ ਤੁਸੀਂ ਦੇਖਿਆ ਹੋਵੇ ਤਾਂ ਉਹਨਾਂ ਦਾ ਅੱਜ ਵੀ ਐਡਾ ਵੱਡਾ ਆਧਾਰ ਹੈ ਪੰਜਾਬ ਦੇ ਵਿੱਚ। 3-4 ਦਿਨ ਪਹਿਲਾਂ ਇੱਕ ਬਿਆਨ ਆ ਗਿਆ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰ ਦਿਓ। ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ, ਝੱਟ ਦੇਣੀ ਸਾਰੇ ਜਗ੍ਹਾ ਬਾਈਕਾਟ ਹੋਣਾ ਸ਼ੁਰੂ ਹੋ ਗਿਆ। ਉਹਦੇ ਵਿੱਚ ਨੇਤਾ ਕਹਿੰਦੇ ਨੇ ਜਿਹੜੇ ਭਾਜਪਾ ਦੇ, ਨਹੀਂ ਸਾਡਾ ਬਾਈਕਾਟ ਕਿਉਂ ਕਰਦੇ ਹੋ? ਉਹ ਕਹਿੰਦੇ ਜੀ ਉੱਥੋਂ ਆ ਗਿਆ ਸਾਨੂੰ ਹੁਕਮ, ਸਾਰਿਆਂ ਦਾ ਬਾਈਕਾਟ ਕਰ ਦਿਓ। ਉਹ ਬਾਈਕਾਟ ਕਰਨ ਤੁਰ ਪਏ। ਸੰਯੁਕਤ ਕਿਸਾਨ ਮੋਰਚੇ ਨੂੰ ਉਹਦੇ ਉੱਤੇ ਬਾਅਦ ਦੇ ਵਿੱਚ ਆਪਣਾ ਪ੍ਰਤੀਕਰਮ ਦੇਣਾ ਪਿਆ ਵੀ ਨਹੀਂ ਭਾਰਤੀ ਜਨਤਾ ਪਾਰਟੀ ਦਾ ਬਾਈਕਾਟ ਹੈ, ਬਾਕੀ ਸਿਆਸੀ ਪਾਰਟੀਆਂ ਦਾ ਅਸੀਂ ਬਾਈਕਾਟ ਨਹੀਂ ਕੀਤਾ। ਮਤਲਬ ਕਿ ਉਹਨਾਂ ਦੀ ਜਿਹੜੀ ਕਾਲ ਆ ਇੱਕ, ਉਹ ਬਹੁਤ ਅਹਿਮ ਹੋਊਗੀ 2022 ਦੀਆਂ ਚੋਣਾਂ ਦੇ ਵਾਸਤੇ। ਔਰ ਭਾਰਤੀ ਜਨਤਾ ਪਾਰਟੀ ਇਸੇ ਲਈ ਉਕਾਲੀ ਨਹੀਂ ਕਰ ਰਹੀ ਕਿ ਉਹ ਕਿਸੇ ਪਾਸੇ ਗੱਲ ਨਿਬੜੇ। ਉਹ ਗੱਲ ਕਿਸੇ ਪਾਸੇ ਨਿਬੜਦੀ ਆ ਜਾਂ ਨਹੀਂ, ਇਹ ਆਉਂਦੇ ਕੁਝ ਹਫ਼ਤਿਆਂ ਦੇ ਦੌਰਾਨ ਲਗਭਗ ਜਿਹੜਾ ਉਹ ਪਤਾ ਲੱਗ ਜਾਣਾ ਕਿ ਕਿੱਧਰ ਨੂੰ ਕਹਾਣੀ ਜਾ ਰਹੀ ਹੈ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਵੱਡੇ ਪੱਧਰ ਦੇ ਉੱਤੇ ਸਟਾਰਟ ਹੋਣਗੀਆਂ। ਪਰ ਉਹ ਧਿਰ ਜੇ ਜਿੱਤ ਕੇ ਮੁੜਦੀ ਆ, ਜਿੱਤ ਕੇ ਮੁੜੂਗੀ ਕਿਉਂਕਿ ਉਹ ਤਾਂ ਬੈਠੇ ਨੇ ਬਜਿੱਦ ਹੋ ਕੇ। ਜੇ ਨਹੀਂ ਮੁੜਦੀ ਤੇ ਫਿਰ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੀਆਂ ਰਣਨੀਤੀਆਂ ਕੀ ਹੋਣਗੀਆਂ। ਜੇ ਉਹ ਸਮਝੌਤਾ ਹੋ ਜਾਂਦਾ ਕਿਸੇ ਪਾਸੇ, ਉਹ ਜਿੱਤ ਕੇ ਮੁੜਦੇ ਨੇ ਤੇ ਆਧਾਰ ਉਹਨਾਂ ਦਾ ਫਿਰ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਰਹੂਗਾ। ਉਹਨਾਂ ਧਿਰਾਂ ਨੂੰ ਨਾਰਾਜ਼ ਨਹੀਂ ਕੀਤਾ ਜਾ ਸਕੂਗਾ। ਔਰ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਦੀ ਹਮਾਇਤ ਲੈਣ ਦੇ ਵਾਸਤੇ ਤਰਲੋ ਮੱਛੀ ਹੋ ਰਹੀਆਂ ਨੇ ਤੇ ਤਰਲੋ ਮੱਛੀ ਹੋਣਗੀ। ਇਸ ਕਰਕੇ ਉਹ ਸਭ ਤੋਂ ਵੱਡੀ ਧਿਰ ਆ। ਇੱਥੇ ਕੋਈ ਜਿਹੜਾ ਜੀ ਉਹ ਜੱਟ ਵੋਟ ਬੈਂਕ ਵੇਖੀ ਜਾਵੇ, ਕੋਈ ਹਿੰਦੂ ਵੋਟ ਬੈਂਕ ਵੇਖੇ, ਕੋਈ ਇੱਥੇ ਦਲਿਤ ਭਾਈਚਾਰੇ ਦਾ ਵੋਟ ਬੈਂਕ ਦੇਖੇ, ਕੋਈ ਦੂਸਰਾ ਦੇਖੇ, ਪਰ ਇੱਕ ਕਿਸਾਨੀ ਵੋਟ ਬੈਂਕ ਜਿਹੜਾ ਸਾਰਿਆਂ ਦੇ ਨਾਲ ਜੁੜਿਆ ਹੋਇਆ, ਉਹ ਸਾਰੇ ਜਿਹੜੀਆਂ ਕਾਸਟ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ, ਉਸ ਵੋਟ ਬੈਂਕ ਨੂੰ ਮੰਫੀ ਪੰਜਾਬ ਦੀ ਰਾਜਨੀਤੀ ਚੋਂ ਕਿਸੇ ਹਾਲਤ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਨਾ ਪੰਜਾਬ ਚੋਂ ਕੀਤਾ ਜਾ ਸਕਦਾ, ਨਾ ਹਰਿਆਣੇ ਦੇ ਵਿੱਚੋਂ ਕੀਤਾ ਜਾ ਸਕਦਾ। ਖੈਰ, ਕਿਉਂਕਿ ਆਪਾਂ ਗੱਲ ਪੰਜਾਬ ਦੀ ਜਿਹੜੀ ਉਹ ਕਰ ਰਹੇ ਹਾਂ। ਬੜਾ ਅਹਿਮ ਜਿਹੜੀਆਂ ਹੋਣਗੀਆਂ ਇਹ 2022 ਦੀਆਂ ਚੋਣਾਂ। ਔਰ ਇਹਨਾਂ ਦੇ ਵਿੱਚ ਸਭ ਤੋਂ ਅਹਿਮ ਜਿਹੜਾ ਵੇਖਣ ਵਾਲਾ ਇਹੀ ਹੋਊਗਾ ਕਿ ਲੁਕਵੀਆਂ ਧਿਰਾਂ ਜਿਹੜੀਆਂ ਨੇ ਉਹ ਕਿਸ ਤਰੀਕੇ ਦੀ ਰਾਜਨੀਤੀ ਕਰਦੀਆਂ ਨੇ। ਔਰ ਇੱਕ ਗੱਲ ਜਿਹੜੀ ਜ਼ਰੂਰ ਆ ਪੰਜਾਬੀਆਂ ਨੂੰ ਧਿਆਨ 'ਚ ਰੱਖਣੀ ਜਿਹੜੀ ਉਹ ਚਾਹੀਦੀ ਹੈ ਕਿ ਜਿਹੜੀ ਭਾਈਚਾਰਕ ਸਾਂਝ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ। ਨੀਵੇਂ ਪੱਧਰ ਦੇ ਉੱਤੇ ਉਤਰ ਕੇ ਸਰਪੰਚੀ ਨੁਮਾ ਸਿਆਸਤ ਜੇ ਹੋਊਗੀ ਤੇ ਉਹ ਵੈਰ ਵਿਰੋਧ ਬੜੇ ਲੰਬੇ ਸਮੇਂ ਤੱਕ ਜਿਹੜਾ ਉਹ ਚੱਲਦੇ ਆ। ਸਿਆਸੀ ਧਿਰਾਂ ਦਾ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਵੈਰ ਵਿਰੋਧ ਕਿੰਨੀ ਦੇਰ ਚੱਲਦੇ ਆ। ਉਹਨਾਂ ਨੇ ਆਪਣੀ ਸਿਆਸਤ ਜਿਹੜੀ ਉਹ ਕਰਨੀ ਹੁੰਦੀ ਹੈ। ਤੁਸੀਂ ਆਪਣੀ ਸਾਂਝ ਜਿਹੜੀ ਆ ਉਹ ਕਾਇਮ
ਰੱਖਣਾ, ਔਰ ਇਹ ਨਾ ਹੋਵੇ ਕਿ ਇੱਕ ਦੂਜੇ ਦੇ ਪਿੱਛੇ ਲੱਗ ਕੇ ਸਿਰ ਜਿਹੜੇ ਉਹ ਪਾੜਦੇ। ਉੱਤੇ ਕਿਸੇ ਨੇ ਲੀਡਰ ਨੇ ਨਹੀਂ ਆਉਣਾ ਤੁਹਾਡੇ ਵਾਸਤੇ, ਕਿਸੇ ਸਿਆਸੀ ਪਾਰਟੀ ਨੇ ਨਹੀਂ ਆਉਣਾ। ਉਹ ਤਾਂ ਪਾਟੇ ਹੋਏ ਸਿਰਾਂ ਦੇ ਵਿੱਚੋਂ ਵੀ ਚੁਣਦੀਆਂ ਧਾਰਾਂ 'ਚੋਂ ਇਹ ਦੇਖਣਗੇ ਵੀ ਕਿੰਨੀਆਂ ਵੋਟਾਂ ਆਉਂਦੀਆਂ ਨੇ ਤੇ ਕਿੰਨੀਆਂ ਵੋਟਾਂ ਕੱਟੀਆਂ ਜਾਂਦੀਆਂ ਨੇ। ਗੱਲਬਾਤ ਕਰਦੇ ਰਹਾਂਗੇ। ਇਹ ਮੌਜੂਦਾ ਸਿਆਸੀ ਹਾਲਾਤ ਅੱਜ ਪੰਜਾਬ ਦੇ ਜਿਹੜੇ ਉਹ ਬਣੇ ਨੇ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।